ਸਟੂਡੈਂਟਸ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ। ਤੁਹਾਡਾ ਕਮਰਸ ਰੱਖਣ ਤੇ ਕਮਰਸ ਵਿਸ਼ਾ ਚੂਜ਼ ਕਰਨ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਸਾਰਿਆਂ ਨੇ ਕਮਰਸ ਰੱਖਿਆ ਹੈ। ਨਾਓ ਯੂ ਆਰ ਸਟੂਡੈਂਟਸ ਆਫ ਕਮਰਸ, ਹਾਰਟੀਐਸਟ ਵੈਲਕਮ ਇਨ ਕਮਰਸ। ਤੁਹਾਡਾ ਸਾਰਿਆਂ ਦਾ ਕਮਰਸ ਵਿਸ਼ਾ ਰੱਖਣ ਤੇ ਜੀ ਆਇਆਂ ਆਖਦਾ ਹਾਂ। ਕਮਰਸ ਵੱਲੋਂ, ਸਾਰੀ ਕਮਰਸ ਵੱਲੋਂ ਤੁਹਾਨੂੰ ਜੀ ਆਇਆਂ ਆਖਿਆ ਜਾਂਦਾ ਹੈ ਕਿ ਤੁਸੀਂ ਕਮਰਸ ਸਬਜੈਕਟ ਰੱਖਿਆ ਹੈ। ਔਰ ਕਮਰਸ ਵਿਸ਼ਾ ਅਸੀਂ ਕਿਉਂ ਚੂਜ਼ ਕੀਤਾ, ਕਮਰਸ ਵਿਸ਼ਾ ਰੱਖਣ ਦਾ ਸਾਡਾ ਕਾਰਨ ਕੀ ਸੀ। ਸਾਨੂੰ ਕਿਸੇ ਨੇ ਕਿਹਾ ਕਮਰਸ ਰੱਖੋ ਜਾਂ ਅਸੀਂ ਆਪਣੀ ਮਰਜ਼ੀ ਨਾਲ ਰੱਖੀ। ਤੁਸੀਂ ਬਹੁਤ ਵਧੀਆ ਕੀਤਾ ਕਿ ਤੁਸੀਂ ਕਮਰਸ ਨੂੰ ਚੂਜ਼ ਕੀਤਾ ਹੈ। ਹੁਣ ਤੁਸੀਂ ਕਮਰਸ ਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਪੜ੍ਹਨੇ ਹਨ ਸਟੂਡੈਂਟਸ। ਜੇਕਰ ਤੁਸੀਂ PSEB ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਜੁੜੇ ਹੋ ਤਾਂ ਉਹਦੇ ਸਬਜੈਕਟ ਜਿਹੜੇ ਕੰਪਲਸਰੀ ਨੇ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸਾਂਗਾ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਜਨਰਲ ਇੰਗਲਿਸ਼, ਜੋ ਕਿ 80 ਨੰਬਰ ਦੀ ਥਿਊਰੀ ਹੈ ਔਰ 20 ਮਾਰਕਸ ਨੇ ਜਿਹੜੇ ਉਹ ਸਕੂਲ ਕੋਲ ਹੋਣਗੇ। 100 ਨੰਬਰ ਤੁਹਾਡੇ ਇਸ ਤਰ੍ਹਾਂ ਬਣਨਗੇ। ਸੈਕਿੰਡ ਹੈ ਤੁਹਾਡੇ ਕੋਲ ਜਨਰਲ ਪੰਜਾਬੀ। ਜਨਰਲ ਪੰਜਾਬੀ ਦੇ ਵਿੱਚ ਵੀ 80 ਪਲੱਸ 20 100 ਹੋਣਗੇ ਜੀ। ਤੀਸਰੇ ਨੰਬਰ 'ਤੇ ਹੈ ਸਟੂਡੈਂਟਸ ਕੰਪਿਊਟਰ ਸਾਇੰਸ, ਜੋ ਕਿ ਕੰਪਲਸਰੀ ਸਬਜੈਕਟ ਨੇ। ਕੰਪਿਊਟਰ ਸਾਇੰਸ ਦੇ ਵਿੱਚ ਬੇਟਾ ਜੀ 50 ਨੰਬਰ ਦੀ ਥਿਊਰੀ ਹੈ, 45 ਨੰਬਰ ਦਾ ਤੁਹਾਡੇ ਕੋਲ ਪ੍ਰੈਕਟੀਕਲ ਹੈ, 5 ਨੰਬਰ ਦੀ ਇੰਟਰਨਲ ਅਸੈਸਮੈਂਟ ਹੈ। ਇਸ ਦੇ ਵੀ 100 ਨੰਬਰ ਹਨ, ਲੇਕਿਨ ਇਸ ਦੀ ਗ੍ਰੇਡਿੰਗ ਹੈ, ਇਹ ਗ੍ਰੇਡ ਵਾਲਾ ਸਬਜੈਕਟ ਹੈ। ਨੰਬਰ 4 'ਤੇ ਹੈ ਸਾਡੇ ਕੋਲ EVS ਇਨਵਾਇਰਮੈਂਟ ਸਾਇੰਸਿਸ ਜਾਂ ਇਨਵਾਇਰਮੈਂਟਲ ਐਜੂਕੇਸ਼ਨ। 45 ਨੰਬਰ ਦੀ ਥਿਊਰੀ ਹੈ, 5 ਨੰਬਰ ਦੀ ਇੰਟਰਨਲ ਅਸੈਸਮੈਂਟ ਹੈ, 50 ਨੰਬਰ ਦਾ ਹੈ। ਇਸ 'ਤੇ ਵੀ ਗ੍ਰੇਡ ਲੱਗਣਾ ਹੈ। ਇਹ ਤੁਹਾਡੇ ਕੋਲ ਸਬਜੈਕਟ ਨੇ ਜਿਹੜੇ ਕੰਪਲਸਰੀ ਨੇ। ਹੁਣ ਤੁਹਾਡੇ ਕੋਲ ਹਰੇਕ ਕੈਂਡੀਡੇਟ ਨੇ, ਹਰੇਕ ਸਟੂਡੈਂਟਸ ਨੇ 3 ਸਬਜੈਕਟ ਲੈਣੇ ਹਨ, ਜਿਸ ਦੇ ਵਿੱਚੋਂ ਅਕਾਊਂਟੈਂਸੀ ਪਿਊਰੀ ਤਰ੍ਹਾਂ ਨਾਲ, ਪਿਓਰਲੀ ਅਕਾਊਂਟੈਂਸੀ ਕੰਪਲਸਰੀ ਹੈ। ਔਰ ਇਹ ਜਿਹੜੀ ਅਕਾਊਂਟੈਂਸੀ ਹੈ 80 ਨੰਬਰ ਦੀ ਹੈ। 15 ਨੰਬਰ ਦਾ ਸਾਡੇ ਕੋਲ ਪ੍ਰੈਕਟੀਕਲ ਹੈ ਔਰ 15 ਨੰਬਰ ਦਾ ਪ੍ਰੈਕਟੀਕਲ ਹੈ, 5 ਨੰਬਰ ਦੀ ਇੰਟਰਨਲ ਅਸੈਸਮੈਂਟ ਹੈ ਔਰ ਸਾਡੇ ਕੋਲ 100 ਨੰਬਰ ਬਣਦੇ ਹਨ। ਐਵੇਂ ਹੀ ਦੂਸਰੇ ਨੰਬਰ 'ਤੇ ਸਾਡੇ ਕੋਲ ਬਿਜਨਸ ਸਟੱਡੀ ਹੈ। ਧਿਆਨ ਨਾਲ ਸਮਝੋ, ਨਹੀਂ ਸਮਝ ਆਏਗੀ ਤਾਂ ਦੁਬਾਰਾ ਦੱਸ ਦਾਂਗੇ। ਬਿਜਨਸ ਸਟੱਡੀ 80 ਨੰਬਰ ਦੀ ਥਿਊਰੀ ਹੈ ਔਰ 20 ਨੰਬਰ ਦਾ ਸਾਡੇ ਕੋਲ ਪ੍ਰੋਜੈਕਟ ਵਰਕ ਹੈ ਔਰ ਇਹ 100 ਨੰਬਰ ਹਨ। ਹੁਣ ਅਸੀਂ ਜਿਹੜਾ ਤੀਸਰਾ ਸਬਜੈਕਟ ਲੈਣਾ ਹੈ ਉਸ ਦੇ ਵਿੱਚ ਸਾਡੇ ਕੋਲ ਆਪਸ਼ਨ ਹੈ, ਜਾਂ ਤਾਂ ਅਸੀਂ ਇਕਨੋਮਿਕਸ ਲੈ ਲਈਏ, ਸਟੂਡੈਂਟਸ ਧਿਆਨ ਨਾਲ ਸੁਣਨਾ ਹੈ, ਜਾਂ ਇਕਨੋਮਿਕਸ ਲੈ ਲਈਏ ਜਾਂ ਅਸੀਂ MOP ਲੈ ਲਈਏ। MOP ਦਾ ਪੂਰਾ ਨਾਮ ਹੈ ਮਾਡਰਨ ਆਫਿਸ ਪ੍ਰੈਕਟਿਸ। ਤਾਂ ਇਕਨੋਮਿਕਸ ਦੇ ਮਾਰਕਸ ਦੀ ਕੀ ਡਿਵੀਜ਼ਨ ਹੈ, 80 ਪਲੱਸ 20 ਇਜ਼ ਇਕੁਅਲ ਟੂ 100 ਔਰ MOP ਦੀ ਕੀ ਹੈ 80 ਪਲੱਸ 15 ਪਲੱਸ 5। 15 ਨੰਬਰ ਦਾ ਪ੍ਰੈਕਟੀਕਲ, 5 ਨੰਬਰ ਦੀ IA ਇੰਟਰਨਲ ਅਸੈਸਮੈਂਟ। ਤਾਂ ਇਸ ਤਰ੍ਹਾਂ 100 ਮਾਰਕਸ। ਹੁਣ ਤੁਹਾਡੇ ਕੋਲ ਆਪਸ਼ਨ ਹੈ ਕਿ ਚਾਹੇ ਤੁਸੀਂ ਇਕਨੋਮਿਕਸ ਲੈ ਲਓ, ਚਾਹੇ ਤੁਸੀਂ MOP ਲੈ ਲਓ। ਦੇਖੋ ਕੰਪਲਸਰੀ ਸਬਜੈਕਟ ਹੈ ਸਾਡੇ ਕੋਲ, ਜਿਹੜੇ ਕੰਪਲਸਰੀ ਸਬਜੈਕਟ ਨੇ ਉਹ ਦੇਖੀਏ। 100 ਨੰਬਰ ਦਾ ਇੱਕ ਆ ਹੈ, 100 ਨੰਬਰ ਦਾ ਹੈ, ਆਹ ਗ੍ਰੇਡਿੰਗ ਵਾਲੇ ਨੇ, 100 ਮਾਰਕਸ ਦਾ ਹੈ, 100 ਦਾ ਆ ਹੈ। ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਲੈਣਾ ਹੈ, ਚਾਹੇ ਅਸੀਂ ਇਕਨੋਮਿਕਸ ਲੈ ਲਈਏ, ਚਾਹੇ ਅਸੀਂ MOP ਲੈ ਲਈਏ। ਤਾਂ ਇਟ ਮੀਨਸ ਸਾਡੇ ਟੋਟਲ ਨੰਬਰ ਬਣਦੇ ਨੇ ਜੀ 500। 500 ਦੇ ਵਿੱਚੋਂ ਤੁਹਾਡੀ ਪਰਸੈਂਟੇਜ ਨਿਕਾਲੀ ਜਾਣੀ ਹੈ। ਔਰ ਇਹਦੇ ਵਿੱਚ ਸਾਡੇ ਕੋਲ ਇੱਕ ਸਬਜੈਕਟ ਹੋਰ ਕੰਪਲਸਰੀ ਹੈ, ਉਸ ਦਾ ਨਾਮ ਹੈ ਵੈਲਕਮ ਲਾਈਫ। ਨਵਾਂ ਸਬਜੈਕਟ ਇੰਟਰੋਡਿਊਸ ਹੋਇਆ ਹੈ, 50 ਪਲੱਸ 50 ਇਜ਼ ਇਕੁਅਲ ਟੂ 100। ਇਸ ਦੀ ਵੀ ਗ੍ਰੇਡਿੰਗ ਹੈ, ਇਹ ਵੀ ਗ੍ਰੇਡਿੰਗ ਵਾਲਾ ਹੈ। ਔਰ ਮੇਨ ਸਬਜੈਕਟ ਸਾਡੇ ਕੋਲ ਕੰਪਲਸਰੀ ਨੇ ਜਨਰਲ ਇੰਗਲਿਸ਼, ਜਨਰਲ ਪੰਜਾਬੀ, ਅਕਾਊਂਟੈਂਸੀ, ਬਿਜਨਸ ਸਟੱਡੀ ਐਂਡ 5th ਵਨ ਇਜ਼ ਇਕਨੋਮਿਕਸ ਜਾਂ MOP।
ਹੁਣ ਪਿਆਰੇ ਵਿਦਿਆਰਥੀਓ, ਤੁਸੀਂ ਸੋਚ ਇਹ ਰਹੇ ਹੋ, ਜਦੋਂ ਤੁਸੀਂ ਐਡਮਿਸ਼ਨ ਲੈਣ ਗਏ ਸੀ ਤਾਂ ਤੁਹਾਡੇ ਟੀਚਰ ਨੇ ਤੁਹਾਨੂੰ ਇਹ ਕਿਹਾ ਸੀ ਕਿ ਤੁਸੀਂ ਸੋਚ ਲਓ ਕਿ ਕਿਹੜਾ ਸਬਜੈਕਟ ਲੈਣਾ ਚਾਹੁੰਦੇ ਹੋ। ਕੀ ਤੁਸੀਂ ਇਕਨੋਮਿਕਸ ਲੈਣਾ ਚਾਹੁੰਦੇ ਹੋ ਜਾਂ MOP ਲੈਣਾ ਚਾਹੁੰਦੇ ਹੋ। MOP ਕੀ ਹੈ ਸਟੂਡੈਂਟਸ? MOP ਦਾ ਪੂਰਾ ਨਾਮ ਹੈ ਸਾਡੇ ਕੋਲ ਮਾਡਰਨ ਆਫਿਸ ਪ੍ਰੈਕਟਿਸ, MOP। ਹੁਣ ਜਿਹੜੀ ਇਕਨੋਮਿਕਸ ਹੈ ਇਹ ਹੈ ਸਾਡੇ ਕੋਲ 80+20, 80 ਦੀ ਥਿਊਰੀ ਆਣੀ ਹੈ, 20 ਦਾ ਸਾਡੇ ਕੋਲ ਪ੍ਰੋਜੈਕਟ ਵਰਕ ਹੈ। ਲੇਕਿਨ MOP ਵਿੱਚ ਕੀ ਹੈ, 80 ਦੀ ਥਿਊਰੀ ਤਾਂ ਆਣੀ ਹੈ, 15 ਨੰਬਰ ਦਾ ਪ੍ਰੈਕਟੀਕਲ ਹੈ। ਇਹਦੀ ਪ੍ਰੈਕਟੀਕਲ ਨੋਟਬੁੱਕ ਬਣਾਈ ਜਾਂਦੀ ਹੈ। 5 ਨੰਬਰ ਦੀ IA ਇੰਟਰਨਲ ਅਸੈਸਮੈਂਟ। ਹੁਣ ਜੇ ਤਾਂ ਤੁਹਾਨੂੰ ਇਕਨੋਮਿਕਸ ਟਫ ਲੱਗਦੀ ਹੈ ਤਾਂ MOP ਬੜਾ ਹੀ ਆਸਾਨ ਸਬਜੈਕਟ ਹੈ, ਛੋਟੀ ਜੀ ਬੁੱਕ ਹੈ। ਅੱਜ ਕੱਲ੍ਹ ਮੋਸਟਲੀ ਸਟੂਡੈਂਟਸ MOP ਹੀ ਰੱਖ ਰਹੇ ਹਨ। ਹੁਣ ਤੁਹਾਡੇ ਕੋਲ ਇੱਕ ਆਪਸ਼ਨ ਹੋਰ ਵੀ ਹੈ, ਜੇ ਤੁਸੀਂ ਇਕਨੋਮਿਕਸ ਨੂੰ ਮੇਨ ਸਬਜੈਕਟ ਰੱਖ ਲਿਆ ਤਾਂ ਤੁਸੀਂ ਬੇਟਾ ਜੀ MOP ਨੂੰ ਐਜ਼ ਏ ਐਡੀਸ਼ਨਲ ਸਬਜੈਕਟ ਵੀ ਲੈ ਸਕਦੇ ਹੋ, ਐਜ਼ ਏ ਐਡੀਸ਼ਨਲ ਸਬਜੈਕਟ ਵੀ ਲੈ ਸਕਦੇ ਹੋ। ਕਿਸੇ ਨੂੰ ਕੋਈ ਸਮਝ ਨਾ ਆਏ ਤਾਂ ਮੇਰਾ ਇਹ ਮੋਬਾਈਲ ਨੰਬਰ ਹੈ 950110 26095 ਔਰ ਮੇਰਾ ਨਾਮ ਹੈ ਪਵਨ ਕਾਮਰਾ, ਲੈਕਚਰਰ ਕਾਮਰਸ, गवर्नमेंट गर्ल्स सीनियर सैकेंडरी स्कूल जलालाबाद, डिस्ट्रिक्ट फाजिलका विच मैं जॉब करदा जी। बेटा जी तुहानू किसी तरह की कोई इन्फॉर्मेशन की जरूरत है एनी टाइम, मैं तुहाडे जल्दी ही +1 वालियां दे ग्रुप भी बनाने जा रहा। उस ग्रुप दे विच तुहानू ऐड करांगे 1-2 दिनों तक। तुहाडी हर रोज़ हुण लाइव क्लास लग्या करेगी और लाइव क्लास का ਜਿਹੜਾ ਕੱਲ ਦਾ ਟਾਈਮ ਹੈ ਬੇਟਾ ਜੀ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ। ਤੁਹਾਡੇ ਜਲਦੀ ਗਰੁੱਪ ਬਣਾ ਦਿੱਤੇ ਜਾਣਗੇ ਔਰ ਗਰੁੱਪ ਵਿੱਚ ਤੁਹਾਨੂੰ ਐਡ ਕਰ ਦਿੱਤਾ ਜਾਏਗਾ ਔਰ ਕੱਲ ਦੀ ਲਾਈਵ ਕਲਾਸ ਦਾ ਜਿਹੜਾ ਟਾਈਮ ਹੈ ਆਪ ਜੀ ਨੂੰ ਦੱਸ ਦਿੱਤਾ ਜਾਏਗਾ। ਇਹ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ। ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਨਵੇਂ ਅਪਡੇਟ ਮਿਲਦੇ ਰਹਿਣ। ਮੈਂ ਤੁਹਾਡੀ ਹਰ ਰੋਜ਼ ਕਲਾਸ ਲਾਂਗਾ। ਕਮਰਸ ਇੰਨਾ ਆਸਾਨ ਸਬਜੈਕਟ ਹੈ ਕਿ ਜੇ ਤੁਸੀਂ ਸ਼ੌਂਕ ਨਾਲ ਪੜ੍ਹੋਗੇ ਤਾਂ ਪਿਆਰੇ ਵਿਦਿਆਰਥੀਓ ਤੁਸੀਂ ਜ਼ਿੰਦਗੀ ਦੇ ਵਿੱਚ ਕਾਫੀ ਜਿੱਤਾਂ ਹਾਸਲ ਕਰੋਗੇ। ਕਮਰਸ ਦੀ ਫੋਰਨ ਦੇ ਵਿੱਚ ਬਹੁਤ ਡਿਮਾਂਡ ਹੈ। ਜਿਹੜਾ ਬੱਚਾ +2 ਕਮਰਸ ਕਰ ਜਾਂਦਾ ਜ਼ਿੰਦਗੀ 'ਚ ਕਦੇ ਭੁੱਖਾ ਨਹੀਂ ਮਰਦਾ। ਯਾਦ ਰੱਖਣਾ, ਉਸ ਦੀ ਸੋਚ ਹੀ ਪੈਸੇ ਕਮਾਉਣ ਵਾਲੀ ਹੋ ਜਾਂਦੀ ਹੈ। ਤੁਸੀਂ ਬੜੇ ਭਾਗਿਆਸ਼ਾਲੀ ਹੋ ਜਿਨ੍ਹਾਂ ਨੇ ਕਮਰਸ ਰੱਖੀ ਹੈ। ਮੈਂ ਤੁਹਾਨੂੰ ਇੱਕ ਵਾਰ ਫਿਰ ਕਮਰਸ ਰੱਖਣ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਕਿ ਤੁਸੀਂ ਬਹੁਤ ਵਧੀਆ ਕੀਤਾ, ਕਮਰਸ ਨੂੰ ਅਡੋਪਟ ਕੀਤਾ ਹੈ। ਪਿਆਰੇ ਵਿਦਿਆਰਥੀਓ, ਸਕੀਮ ਆਫ ਸਟੱਡੀ ਨੂੰ ਚੰਗੀ ਤਰ੍ਹਾਂ ਨਾਲ ਸਮਝ ਲਓ। ਹੁਣ ਤੁਹਾਡੇ ਟੀਚਰ ਇਹ ਕਹਿ ਰਹੇ ਹੋਣਗੇ ਕਿ ਤੁਸੀਂ ਕੋਈ ਸਬਜੈਕਟ ਐਡੀਸ਼ਨਲ ਕਰ ਲਓ। ਤੁਸੀਂ ਐਡੀਸ਼ਨਲ ਕੀ ਕਰ ਸਕਦੇ ਹੋ? ਨੋਟਬੁੱਕ ਨਿਕਾਲੋ ਤੇ ਲਿਖ ਲਓ ਕਿ ਐਡੀਸ਼ਨਲ ਤੁਸੀਂ ਕੀ ਕਰ ਸਕਦੇ ਹੋ। ਤਾਂ ਅਸੀਂ ਐਡੀਸ਼ਨਲ ਕੀ ਕਰ ਸਕਦੇ ਹਾਂ ਹੁਣ ਮੈਂ ਲਿਖਣ ਜਾ ਰਿਹਾ। ਤੁਸੀਂ ਨੋਟਬੁੱਕ ਨਿਕਾਲ ਕੇ ਰੱਖੋ ਕਿ ਤੁਸੀਂ ਐਜ਼ ਏ ਐਡੀਸ਼ਨਲ ਕਿਹੜਾ ਸਬਜੈਕਟ ਲੈ ਸਕਦੇ ਹੋ। ਤਾਂ ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ ਕਿ ਅਸੀਂ ਕਿਹੜੇ ਸਬਜੈਕਟ ਨੂੰ ਐਜ਼ ਏ ਐਡੀਸ਼ਨਲ ਲੈ ਸਕਦੇ ਹਾਂ। ਮੰਨ ਲਓ ਤੁਸੀਂ ਇਕਨੋਮਿਕਸ ਨੂੰ ਮੇਨ ਸਬਜੈਕਟ ਲੈ ਲਿਆ, 5ਵਾਂ ਸਬਜੈਕਟ 5ਵੇਂ ਨੰਬਰ 'ਤੇ, ਤਾਂ ਤੁਸੀਂ ਐਡੀਸ਼ਨਲ ਲੈ ਸਕਦੇ ਹੋ MOP, ਜਾਂ ਤੁਸੀਂ ਐਡੀਸ਼ਨਲ ਮੈਥ ਵੀ ਲੈ ਸਕਦੇ ਹੋ, ਮੈਥਮੈਟਿਕਸ। ਜਿਨ੍ਹਾਂ ਬੱਚਿਆਂ ਦੀ ਮੈਥ 'ਤੇ ਕਮਾਂਡ ਹੈ ਉਹ ਇਕਨੋਮਿਕਸ ਨੂੰ ਮੇਨ ਸਬਜੈਕਟ ਰੱਖ ਲੈਣ, ਨਾਲ ਮੈਥ ਨੂੰ ਐਡੀਸ਼ਨਲ ਰੱਖ ਲੈਣ। ਐਡੀਸ਼ਨਲ ਸਾਡੇ ਕੋਲ 3rd 1 ਐਡੀਸ਼ਨਲ ਰੱਖਣ ਦਾ ਇੱਕ ਹੋਰ ਵੀ ਹੈ, ਕੰਪਿਊਟਰ ਐਪਲੀਕੇਸ਼ਨ। ਕੰਪਿਊਟਰ ਐਪਲੀਕੇਸ਼ਨ ਇੱਕ ਅਲੱਗ ਸਬਜੈਕਟ ਹੈ, ਅਸੀਂ ਇਸ ਨੂੰ ਵੀ ਐਡੀਸ਼ਨਲ ਲੈਂਦੇ ਹਾਂ। ਬਟ ਕਮਰਸ ਵਾਲਾ ਕੋਈ ਵੀ ਨਹੀਂ ਰੱਖਦਾ ਕਦੇ ਵੀ, ਨੈਵਰ। ਬਟ ਇਹ ਸਾਡੇ ਕੋਲ ਆਪਸ਼ਨ ਹੈਗੀ, ਅਸੀਂ ਲੈ ਸਕਦੇ ਹਾਂ। ਇੱਕ ਸਾਡੇ ਕੋਲ ਆਪਸ਼ਨ ਹੈ। ਦੂਜੀ ਆਪਸ਼ਨ ਕੀ ਹੈ ਕਿ ਤੁਸੀਂ ਮੇਨ ਸਬਜੈਕਟ ਰੱਖ ਲਓ MOP ਤੇ ਐਡੀਸ਼ਨਲ ਕੀ ਰੱਖ ਲਓ, ਇਕਨੋਮਿਕਸ।
ਜਾਂ ਐਡੀਸ਼ਨਲ ਕੀ ਰੱਖ ਲਓ ਮੈਥਸ, ਜਾਂ ਐਡੀਸ਼ਨਲ ਕੀ ਰੱਖ ਲਓ ਕੰਪਿਊਟਰ ਐਪਲੀਕੇਸ਼ਨ। ਤੁਹਾਡੇ ਕੋਲ ਇਹ ਵੀ ਆਪਸ਼ਨ ਹੈ। ਬੇਟਾ ਕਈ ਸਟੂਡੈਂਟਸ ਨੂੰ ਇਕਨੋਮਿਕਸ ਦਾ ਪੇਪਰ ਟਫ ਲੱਗਦਾ ਹੈ, ਤਾਂ ਮੇਰੀ ਪਰਸਨਲ ਸੁਜੈਸ਼ਨ ਹੈ ਕਿ ਤੁਸੀਂ ਮੇਨ ਸਬਜੈਕਟ MOP ਰੱਖ ਲਓ, ਤੇ ਜੇ ਐਡੀਸ਼ਨਲ ਕਰਨਾ ਚਾਹੁੰਦੇ ਹੋ ਚਾਹੇ ਇਕਨੋਮਿਕਸ ਰੱਖ ਲਓ ਚਾਹੇ ਮੈਥਮੈਟਿਕਸ ਰੱਖ ਲਓ। ਹੁਣ ਕਈ ਬੱਚੇ ਆਉਂਦੇ ਨੇ, ਉਹ ਕਹਿੰਦੇ ਨੇ ਕਿ ਸਰ ਜੀ ਅਸੀਂ ਮੈਥ ਵੀ ਰੱਖਣਾ ਹੈ ਤੇ ਇਕਨੋਮਿਕਸ ਵੀ ਰੱਖਣੀ ਹੈ। ਹੁਣ ਜਿਨ੍ਹਾਂ ਬੱਚਿਆਂ ਨੇ ਮੈਥ ਵੀ ਰੱਖਣਾ ਹੈ ਤੇ ਇਕਨੋਮਿਕਸ ਵੀ ਰੱਖਣੀ ਹੈ, ਉਹ ਕੀ ਕੀ ਰੱਖਣਗੇ? ਦੇਖੋ, ਜਰਨਲ ਇੰਗਲਿਸ਼ ਤਾਂ ਤੁਹਾਡਾ ਕੰਪਲਸਰੀ ਹੈਗਾ ਹੀ ਹੈ, ਜਰਨਲ ਪੰਜਾਬੀ ਵੀ ਤੁਹਾਡਾ ਕੰਪਲਸਰੀ ਹੈ। ਤੁਸੀਂ ਤੀਜੇ ਨੰਬਰ 'ਤੇ ਜਿਹੜੀ ਅਕਾਊਂਟਸ ਹੈ ਉਹ ਵੀ ਰੱਖਣੀ ਹੈ। ਚੌਥੇ ਨੰਬਰ 'ਤੇ ਤੁਸੀਂ ਬਿਜ਼ਨਸ ਸਟੱਡੀ ਵੀ ਰੱਖਣੀ ਹੈ, ਰੋਲਾ ਹੀ ਕੋਣੀ। ਆਹ 4 ਪੇਪਰ 400 ਨੰਬਰਾਂ ਦੇ ਹੋ ਗਏ, 100 ਈਚ। ਹੁਣ ਪੰਜਵਾਂ ਸਬਜੈਕਟ ਤੁਸੀਂ ਮੇਨ ਕੀ ਰੱਖ ਲਓ ਇਕਨੋਮਿਕਸ, ਤੇ ਨਾਲ ਐਡੀਸ਼ਨਲ ਕੀ ਕਰ ਲਓ ਮੈਥਸ। ਇੱਕ ਕੰਬੀਨੇਸ਼ਨ ਆ ਬਣ ਗਿਆ। ਇਹਨਾਂ ਵਿੱਚੋਂ ਕੋਈ ਇੱਕ ਲੈਣਾ ਹੈ ਅਸੀਂ, ਤਾਂ ਸਾਡੇ ਕੋਲ 100 ਨੰਬਰ ਦਾ ਟੋਟਲ 500 ਹੋ ਗਿਆ। ਯਾਦ ਰੱਖਣਾ, ਐਡੀਸ਼ਨਲ ਸਬਜੈਕਟ ਦੇ ਕਦੀ ਵੀ ਨੰਬਰ ਐਡ ਨਹੀਂ ਹੁੰਦੇ, ਕਦੇ ਵੀ ਨੰਬਰ ਐਡ ਨਹੀਂ ਹੁੰਦੇ ਐਡੀਸ਼ਨਲ ਦੇ ਪਿਆਰੇ ਵਿਦਿਆਰਥੀਓ, ਨੈਵਰ। ਤੁਹਾਡੀ ਪਰਸੈਂਟੇਜ 500 'ਚੋਂ ਬਣਨੀ ਹੈ। ਸਾਡੇ ਕੋਲ ਫਿਰ ਸੈਕਿੰਡ ਆਪਸ਼ਨ ਕੀ ਹੈ? ਜਰਨਲ ਇੰਗਲਿਸ਼ ਰੱਖ ਲਈਏ, ਜਰਨਲ ਪੰਜਾਬੀ ਰੱਖ ਲਈਏ, ਤੇ ਅਕਾਊਂਟੈਂਸੀ ਤੇ ਬਿਜ਼ਨਸ ਸਟੱਡੀ। ਇਹ ਤਾਂ ਚਾਰੋਂ ਕੰਪਲਸਰੀ ਪਹਿਲਾਂ ਦੀ ਤਰ੍ਹਾਂ ਹੈਗੇ ਹੀ ਨੇ। ਫਿਰ ਅਸੀਂ ਪੰਜਵਾਂ ਸਬਜੈਕਟ ਕਿਹੜਾ ਲੈ ਲਾਂਗੇ? MOP, 100 ਨੰਬਰ ਦਾ, ਤੇ 500 ਪੂਰੇ ਹੋ ਗਏ। ਫਿਰ ਅਸੀਂ ਨਾਲ ਐਡੀਸ਼ਨਲ ਕਿਹੜਾ ਰੱਖ ਲਾਂਗੇ ਜੀ? ਚਾਹੇ ਇਕਨੋਮਿਕਸ ਰੱਖ ਲਓ ਤੇ ਚਾਹੇ ਮੈਥ ਰੱਖ ਲਓ। ਹੁਣ ਕਈ ਸਟੂਡੈਂਟਸ ਇਹ ਸੋਚਦੇ ਪਏ ਨੇ ਜੀ ਕੀ ਐਡੀਸ਼ਨਲ 2 ਰੱਖੇ ਜਾ ਸਕਦੇ ਨੇ? ਜੀ ਨਹੀਂ। ਐਡੀਸ਼ਨਲ ਹਮੇਸ਼ਾ, ਇਹ ਬੋਰਡ ਦਾ ਰੂਲ ਹੈ ਕਿ ਹਮੇਸ਼ਾ ਇੱਕ ਸਬਜੈਕਟ ਹੀ ਐਡੀਸ਼ਨਲ ਲਿਆ ਜਾ ਸਕਦਾ ਹੈ, ਓਨਲੀ 1। ਮੇਰੀ ਤੁਹਾਨੂੰ ਪਰਸਨਲ ਸੁਜੈਸ਼ਨ ਹੈ, ਜ਼ਰੂਰੀ ਨਹੀਂ ਐਡੀਸ਼ਨਲ ਲੈਣਾ। ਇੱਕ ਗੱਲ ਹੋਰ ਉੱਠ ਕੇ ਆਈ, ਅੱਜ ਇੱਕ ਬੱਚੇ ਨੇ ਮੇਰੇ ਕੋਲ ਫ਼ੋਨ 'ਤੇ ਪੁੱਛਿਆ ਸੀ ਕਿ ਐਡੀਸ਼ਨਲ ਲੈਣਾ ਜ਼ਰੂਰੀ ਹੈ? ਜੀ ਨਹੀਂ। ਨੋ ਨੀਡ ਟੂ ਟੇਕ any additional subject, no need to opt, students, no need to opt। ਜ਼ਰੂਰੀ ਨਹੀਂ ਹੈਗਾ ਕਿ ਅਸੀਂ ਐਡੀਸ਼ਨਲ ਸਬਜੈਕਟ ਰੱਖਣਾ ਹੈ। ਜੇ ਤੁਸੀਂ ਕਹਿੰਦੇ ਹੋ ਕਿ ਮੇਰੇ ਤੇ ਜ਼ਿਆਦਾ ਬੋਝ ਨਾ ਪਏ, ਤੁਸੀਂ ਦੇਖੋ ਜਰਨਲ ਇੰਗਲਿਸ਼ ਰੱਖੋ, ਜਰਨਲ ਪੰਜਾਬੀ ਰੱਖੋ, ਅਕਾਊਂਟਸ ਵੀ ਲੈਣੀ ਹੈ, ਬਿਜ਼ਨਸ ਸਟੱਡੀ ਵੀ ਲੈਣੀ ਹੈ। ज़्यादा बोझ नहीं लेना तो चुप करके पंजवां सब्जैक्ट MOP रख लो, तो 500 नंबर तो बड़ा आसान, तो तुहाडे वधिया नंबर आ जाएंगे। वन मोर, एक बच्चा ये पूछता है कि जी जेकर मैं, वो कहता है कि जेकर मैं +1 विच MOP लै ली तो बेटा जी +2 विच MOP का नाम है FEB। इनका नाम की है फंडामेंटल्स ऑफ, इसका नाम है फंडामेंटल्स ऑफ बिजनेस। MOP का नाम +1 विच जेड़ा जाके +2 विच चेंज हो जाता है FEB। जेकर तुसी मेन सब्जैक्ट +1 विच MOP लिया तो +2 विच तुहानू FEB लेना पैना है। जेकर तुसी मेन सब्जैक्ट +1 विच इकनोमिक्स लै लिया तो +2 विच भी तुहानू इकनोमिक्स ही लेना पैना है। ये +2 विच चेंज नहीं हो सकता। इस वास्ते सोच समझ के मेन सब्जैक्ट रखना है। सोच समझ के मेन सब्जैक्ट रखो कि तुसी की मेन सब्जैक्ट रखना चाहते हो। प्यारे विद्यार्थियों, ये तो कुछ कुछ गल्लां सी किंदे नाल रिलेटेड जिहड़ा तुसी सब्जैक्ट ऑप्ट कीता है। कमर्स बड़ी ही आसान है। सब तो पहला तुसी बुक्स खरीदो। जिहड़े टीचर तुहानू स्कूल विच बुक्स रिकमेंड कर रहे हैं वो वालियां मार्केट तो बुक्स खरीदो। स्कूल तो काफ़ी बुक्स तुहानू फ्री भी मिल रही ने,
लेकिन ਜਿਹੜੀਆਂ ਸਾਡੀਆਂ ਕਮਰਸ ਦੀਆਂ ਮੇਨ ਬੁੱਕਸ ਨੇ ਉਹ ਤੁਸੀਂ ਮਾਰਕੀਟ ਤੋਂ ਖਰੀਦੋ। ਭਲੇ ਹੀ ਐਡੀਸ਼ਨਲ ਸਬਜੈਕਟ ਨਾ ਲਓ, ਤੁਹਾਡੇ 3 ਹੀ ਸਬਜੈਕਟ ਨੇ, ਟੋਟਲ ਮੇਨ ਸਬਜੈਕਟ 5 ਨੇ, 500 ਵਿੱਚੋਂ ਤੁਹਾਡੇ ਨੰਬਰ ਕਾਊਂਟ ਕੀਤੇ ਜਾਣੇ ਨੇ। ਬਾਕੀ ਤੁਹਾਡੇ ਜਿਹੜੇ ਰਹਿ ਗਏ 3 ਸਬਜੈਕਟ ਉਹ ਤੁਹਾਡੇ ਗ੍ਰੇਡਿੰਗ ਵਾਲੇ ਨੇ, ਛੋਟੀਆਂ ਛੋਟੀਆਂ ਬੁੱਕਸ ਨੇ, ਉਹ ਤੁਸੀਂ ਅਖੀਰਲੇ 2 ਮਹੀਨੇ ਪੜ੍ਹ ਲਓਗੇ ਤਾਂ ਬੜੇ ਆਰਾਮ ਨਾਲ ਪਾਸ ਹੋ ਜਾਓਗੇ। ਐਡੀਸ਼ਨਲ ਸਬਜੈਕਟ ਦਾ ਕੋਈ ਨੰਬਰ ਕਾਊਂਟ ਨਹੀਂ ਕੀਤਾ ਜਾਂਦਾ, ਉਹਦੇ ਵਿੱਚੋਂ ਸਿਰਫ ਔਰ ਸਿਰਫ ਪਾਸ ਹੋਣਾ ਹੀ ਜ਼ਰੂਰੀ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਇਹ ਸੀ ਸਾਡੇ ਕੋਲ ਕਮਰਸ ਦੀ ਸਟੱਡੀ, ਕਮਰਸ ਦੀ ਸਕੀਮ ਆਫ ਸਟੱਡੀ ਆਫ ਸਟਰੀਮ ਕਮਰਸ, ਸਕੀਮ ਆਫ ਸਟੱਡੀ ਸਟਰੀਮ ਕਮਰਸ ਜਿਹੜੀ ਮੈਂ ਤੁਹਾਨੂੰ ਸਮਝਾ ਦਿੱਤੀ ਹੈ। ਫਿਰ ਵੀ ਤੁਹਾਡੇ ਮਨ ਵਿੱਚ ਕੋਈ ਡਾਊਟ ਹੈ ਤਾਂ ਮੈਨੂੰ ਕਦੇ ਵੀ ਮੇਰੇ ਮੋਬਾਈਲ ਨੰਬਰ 'ਤੇ ਫੋਨ ਕਰਕੇ ਪੁੱਛ ਸਕਦੇ ਹੋ। ਮੋਸਟ ਵੈਲਕਮ। ਅਦਰਵਾਈਜ਼ ਮੈਂ ਤੁਹਾਡੇ ਕੱਲ੍ਹ ਤੋਂ ਗਰੁੱਪ ਬਣਾ ਦੇਣੇ ਹਨ, ਤੁਹਾਨੂੰ ਗਰੁੱਪ ਵਿੱਚ ਐਡ ਕਰਾਂਗੇ ਔਰ ਹਰ ਰੋਜ਼ ਤੁਹਾਡੀ ਕਲਾਸ ਲਗਾਈ ਜਾਏਗੀ। ਹੁਣ ਥੋੜ੍ਹਾ ਜਿਹਾ ਆਪਾਂ ਕਮਰਸ ਬਾਰੇ ਵੀ ਪੜ੍ਹੀਏ ਕਿ ਵਟ ਇਜ਼ ਕਮਰਸ, ਕਮਰਸ ਕੀ ਹੈ। ਅਸੀਂ ਕਮਰਸ ਤਾਂ ਰੱਖ ਲਈ, ਕੱਲ੍ਹ ਨੂੰ ਸਾਡੀ ਮਾਸੀ ਦਾ ਫੋਨ ਆ ਜਾਏ, ਸਾਡੀ ਭੂਆ ਦਾ ਫੋਨ ਆ ਜਾਏ, ਠੀਕ ਹੈ, ਸਾਡੇ ਚਾਚੇ ਦਾ ਫੋਨ ਆ ਜਾਏ ਵੀ ਤੂੰ ਕਮਰਸ ਰੱਖ ਲਈ, ਵਧਾਈਆਂ ਹੋਣ, ਵੈਰੀ ਗੁੱਡ, ਵਧੀਆ ਕੀਤਾ ਜੀ। ਅਤੇ ਕਮਰਸ ਹੁੰਦੀ ਕੀ ਹੈ, ਸਾਨੂੰ ਪਤਾ ਹੀ ਨਾ ਲੱਗੇ ਕਿ ਵਟ ਇਜ਼ ਕਮਰਸ। ਤਾਂ ਬੇਟਾ ਜੀ ਅੱਜ ਤਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਝਲਕ ਦਾਂਗਾ, ਅਜੇ ਤੁਸੀਂ ਬੁੱਕ ਖਰੀਦੋ, ਬੁੱਕਸ ਖਰੀਦਣ ਤੋਂ ਬਾਅਦ ਆਪਾਂ ਡਿਟੇਲ ਵਿੱਚ ਕਰਾਂਗੇ। ਟ੍ਰੇਡ ਪਲੱਸ ਏਡਸ ਟੂ ਟ੍ਰੇਡ ਇਜ਼ ਕਾਲਡ ਕਮਰਸ, ਯਾਨੀ ਕਿ ਮੈਂ ਪੰਜਾਬੀ 'ਚ ਲਿਖਣ ਲੱਗਿਆ ਵਪਾਰ ਤੇ ਵਪਾਰ ਨਾਲ ਸਹਾਇਕ ਕਿਰਿਆਵਾਂ ਨੂੰ ਕਮਰਸ ਕਿਹਾ ਜਾਂਦਾ ਹੈ। ਕਿਰਿਆਵਾਂ ਨੂੰ, ਕਮਰਸ ਨੂੰ ਪੰਜਾਬੀ 'ਚ ਕਹਿੰਦੇ ਆ ਵਣਜ ਕਿਹਾ ਜਾਂਦਾ ਹੈ। In English version, I would like to say that trade and plus aids to trade is called commerce. If anyone asks you that you have opted the commerce, what is the meaning of commerce? So we can say trade plus aids to trade is called commerce. ਵਪਾਰ ਤੇ ਵਪਾਰ ਨਾਲ ਸਹਾਇਕ ਕਿਰਿਆਵਾਂ ਨੂੰ ਵਣਜ ਕਿਹਾ ਜਾਂਦਾ ਹੈ, ਕਮਰਸ ਕਿਹਾ ਜਾਂਦਾ ਹੈ। ਡੀਅਰ ਸਟੂਡੈਂਟਸ, ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਰੈੱਡ ਦਾ ਬਟਨ ਆ ਰਿਹਾ ਹੈ, ਉਸ ਨੂੰ ਹੁਣੇ ਹੀ ਜਲਦੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਨਵੇਂ ਅਪਡੇਟ ਮਿਲਦੇ ਰਹਿਣ ਔਰ ਤੁਹਾਨੂੰ ਹਰ ਰੋਜ਼ ਜਿਹੜਾ ਲੈਕਚਰ ਹੈ ਉਹ ਮਿਲਦਾ ਰਹੇ। ਕੱਲ੍ਹ ਲੈਕਚਰ ਦਾ ਕੀ ਟਾਈਮ ਹੋਏਗਾ ਕੱਲ੍ਹ ਦੱਸਿਆ ਜਾਏਗਾ। ਔਰ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤੁਹਾਡੇ ਮੋਬਾਈਲ 'ਤੇ ਰੈੱਡ ਕਲਰ ਦਾ ਸਬਸਕ੍ਰਾਈਬ ਲਿਖਿਆ ਦਿਖਾਈ ਦੇ ਰਿਹਾ ਹੈ, ਉਸ ਸਬਸਕ੍ਰਾਈਬ ਵਾਲੇ ਬਟਨ ਨੂੰ ਕਲਿੱਕ ਕਰ ਦਿਓ। ਉਹ ਬਲੈਕ ਹੋਣਾ ਜ਼ਰੂਰੀ ਹੈ ਤਾਂ ਕਿ ਚੈਨਲ ਸਬਸਕ੍ਰਾਈਬ ਹੋ ਜੇ ਔਰ ਤੁਹਾਨੂੰ ਨਵੀਆਂ ਵੀਡੀਓਜ਼ ਵੀ ਮਿਲਦੀਆਂ ਰਹਿਣ। ਤਾਂ ਪਿਆਰੇ ਵਿਦਿਆਰਥੀਓ, ਇਹ ਟ੍ਰੇਡ ਫਿਰ ਕੀ ਹੈ? ਅਸੀਂ ਕਿਹਾ ਟ੍ਰੇਡ ਪਲੱਸ ਏਡਸ ਟੂ ਟ੍ਰੇਡ, ਤਾਂ ਬੇਟਾ ਬਾਇੰਗ and selling of goods for profit motive। ਗੁਡਸ ਦੇ ਵਿੱਚ ਬੇਟਾ ਜੀ ਸਰਵਿਸਿਜ਼ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਅੱਜ ਮੈਂ ਥੋੜ੍ਹਾ ਜਿਹਾ ਦੱਸਾਂਗਾ, ਜ਼ਿਆਦਾ ਨਹੀਂ, ਦੁਬਾਰਾ ਫਿਰ ਸਮਝਾਵਾਂਗਾ। ਅਸੀਂ ਕੋਈ ਵੀ ਕੰਮ ਕਰਦੇ ਹਾਂ ਨਾ, ਕੋਈ ਵੀ ਵਪਾਰ ਕਰਦੇ ਹਾਂ, ਮੰਨ ਲਓ ਤੁਸੀਂ ਵੀ ਕੋਈ ਵਪਾਰ ਕਰਦੇ ਹੋ ਤਾਂ ਸਾਡਾ ਮੇਨ ਮੋਟਿਵ ਹੁੰਦਾ ਹੈ ਪ੍ਰੋਫਿਟ ਕਮਾਉਣਾ। ਜਦੋਂ ਕੋਈ ਵਪਾਰ ਕੀਤਾ ਜਾਂਦਾ ਹੈ ਕਿਸ ਮਕਸਦ ਲਈ, ਲਾਭ ਕਮਾਉਣ ਦੇ ਉਦੇਸ਼ ਨਾਲ ਜਦੋਂ ਕੋਈ ਕੰਮ ਕੀਤਾ ਜਾਂਦਾ ਹੈ ਤਾਂ ਅਸੀਂ ਉਸ ਨੂੰ ਟ੍ਰੇਡ ਦੇ ਨਾਮ ਨਾਲ ਜਾਣਦੇ ਹਾਂ, ਵਪਾਰ ਦੇ ਨਾਮ ਨਾਲ ਜਾਣਦੇ ਹਾਂ ਜੀ। ਹੁਣ ਕਿਸੇ ਵੀ ਵਪਾਰ ਨੂੰ ਚਲਾਉਣਾ ਹੋਏ ਤਾਂ ਉਹਨੂੰ ਚਲਾਉਣ ਦੇ ਲਈ ਪਿਆਰੇ ਵਿਦਿਆਰਥੀਓ ਬੜੀਆਂ ਚੀਜ਼ਾਂ ਨੇ ਜਿਹੜੀਆਂ ਹੈਲਪਫੁਲ ਹੁੰਦੀਆਂ ਨੇ। ਵਪਾਰ ਨੂੰ ਚਲਾਉਣ ਲਈ ਸਭ ਤੋਂ ਪਹਿਲਾਂ ਟਰਾਂਸਪੋਰਟ ਦਾ ਹੋਣਾ ਬਹੁਤ ਜ਼ਰੂਰੀ ਹੈ, ਆਵਾਜਾਈ ਦੇ ਸਾਧਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਮੰਨ ਲਓ ਤੁਸੀਂ ਕੋਈ ਕਰਿਆਨੇ ਦੀ ਦੁਕਾਨ ਕਰਦੇ ਹੋ, ਕੱਪੜੇ ਦੀ ਦੁਕਾਨ ਕਰਦੇ ਹੋ, ਮਨਿਆਰੀ ਦੀ ਦੁਕਾਨ ਕਰਦੇ ਹੋ, ਸਪੇਅਰ ਪਾਰਟ ਦੀ ਦੁਕਾਨ ਕਰਦੇ ਹੋ, ਕੋਈ ਵੀ ਵਪਾਰ ਕਰਦੇ ਹੋ, ਕੀ ਤੁਸੀਂ ਟਰਾਂਸਪੋਰਟ ਤੋਂ ਬਗੈਰ ਵਪਾਰ ਨੂੰ ਚਲਾ ਸਕਦੇ ਹੋ? ਜੀ ਨਹੀਂ, ਨੈਵਰ। ਸਮਾਨ ਕਿੱਥੇ ਸਿਰ 'ਤੇ ਚੁੱਕ ਕੇ ਲਿਆਵਾਂਗੇ? ਬਿਨਾਂ ਟਰਾਂਸਪੋਰਟ ਤੋਂ ਤਾਂ ਅਸੀਂ ਕੋਈ ਕੰਮ ਕਰ ਹੀ ਨਹੀਂ ਸਕਦੇ। ਨੰਬਰ 2, ਬੈਂਕ। ਜੇ ਇੱਕ ਦਿਨ ਬੈਂਕ ਬੰਦ ਹੋ ਜੇ ਤਾਂ ਹਾਹਾਕਾਰ ਮੱਚ ਜਾਂਦੀ। ਬੈਂਕਿੰਗ ਤੋਂ ਬਗੈਰ ਅਸੀਂ ਬੇਟਾ ਜੀ ਬਿਲਕੁਲ
ਵਪਾਰ ਟ੍ਰੇਡ ਕਰ ਹੀ ਨਹੀਂ ਸਕਦੇ। ਸਾਨੂੰ ਪਤਾ ਲੱਗ ਜੇ 2 ਦਿਨ ਬੈਂਕ ਬੰਦ ਰਹਿਣੇ ਨੇ, ਵਪਾਰੀਆਂ ਦੇ ਸਾਹ ਸੁੱਕ ਜਾਂਦੇ ਨੇ ਵੀ ਅਸੀਂ ਪੇਮੈਂਟਾਂ ਆਉਣਗੀਆਂ ਕਿਵੇਂ, ਪੇਮੈਂਟਾਂ ਜਾਣਗੀਆਂ ਕਿਵੇਂ। ਤਾਂ ਪਿਆਰੇ ਵਿਦਿਆਰਥੀਓ, ਬੈਂਕਿੰਗ ਤੋਂ ਬਗੈਰ ਵਪਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਵੇਅਰ ਹਾਊਸਿੰਗ, ਅਸੀਂ ਜਿਹੜਾ ਸਮਾਨ ਲਿਆਂਦਾ ਉਸ ਨੂੰ ਅਸੀਂ ਵੇਅਰ ਹਾਊਸ, ਇਹਨੂੰ ਗੋਡਾਊਨ ਵੀ ਕਹਿੰਦੇ ਆ, ਅਸੀਂ ਉਸ ਨੂੰ ਗੋਡਾਊਨ ਵਿੱਚ ਲਿਆ ਕੇ ਰੱਖਾਂਗੇ। ਅਸੀਂ ਗੋਡਾਊਨ ਤੋਂ ਬਗੈਰ ਸਮਾਨ ਰੱਖ ਹੀ ਨਹੀਂ ਸਕਦੇ, ਸਾਡਾ ਬਿਜ਼ਨਸ ਚੱਲ ਹੀ ਨਹੀਂ ਸਕਦਾ। ਵੇਅਰ ਹਾਊਸ ਵੀ ਸਾਡੇ ਵਪਾਰ ਨੂੰ ਚਲਾਉਣ ਵਿੱਚ ਸਹਾਇਕ ਹੁੰਦੇ ਹਨ, ਹੈਲਪਫੁਲ ਹੁੰਦੇ ਹਨ। ਇਸ ਤੋਂ ਬਾਅਦ ਬੇਟਾ ਜੀ ਬੜਾ ਹੀ ਜ਼ਰੂਰੀ ਹੈ ਇੰਸ਼ੋਰੈਂਸ। ਅੱਜ ਕੱਲ੍ਹ ਤਾਂ ਬੀਮਾ ਕਰਾਉਣਾ ਬਹੁਤ ਹੀ ਜ਼ਰੂਰੀ ਹੈ। ਵਿਦਆਊਟ ਇੰਸ਼ੋਰੈਂਸ ਅਸੀਂ ਕੋਈ ਵੀ ਕੰਮ, ਕੋਈ ਵੀ ਵਪਾਰ ਵਧੀਆ ਤਰੀਕੇ ਨਾਲ ਚਲਾ ਨਹੀਂ ਸਕਦੇ। ਅਸੀਂ ਸਭ ਤੋਂ ਪਹਿਲਾਂ ਆਦੀ ਦੁਕਾਨ ਦਾ, ਆਦੇ ਬਿਜ਼ਨਸ ਦਾ, ਆਦੇ ਸਮਾਨ ਦਾ ਬੀਮਾ ਕਰਾਵਾਂਗੇ। ਨਾ ਜਾਣੇ ਅਚਾਨਕ ਕੋਈ ਅੱਗ ਲੱਗ ਜੇ, ਜੇ ਕੋਈ ਫਲੱਡ ਆ ਜੇ, ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਹੈ, ਚੋਰੀ ਹੋ ਸਕਦੀ ਹੈ। ਤਾਂ ਹਰੇਕ ਬਿਜ਼ਨਸਮੈਨ ਆਦੇ ਵਪਾਰ ਦਾ ਬੀਮਾ ਕਰਾ ਕੇ ਰੱਖਦਾ ਹੈ ਜੀ। 5ਵੇਂ ਨੰਬਰ 'ਤੇ ਹੈ ਐਡਵਰਟਾਈਜ਼ਮੈਂਟ। ਅਸੀਂ ਐਡਵਰਟਾਈਜ਼ਮੈਂਟ ਤੋਂ ਬਗੈਰ ਵਪਾਰ ਨੂੰ ਚਲਾ ਹੀ ਨਹੀਂ ਸਕਦੇ। ਅੱਜ ਕੱਲ੍ਹ ਮਸ਼ਹੂਰੀਆਂ ਦਾ ਜ਼ਮਾਨਾ ਹੈ। ਅਸੀਂ ਪ੍ਰੋਡਕਟ ਦਾ ਨਾਮ ਲੈ ਕੇ ਖਰੀਦਦੇ ਹਾਂ, ਮਾਰਕੀਟ ਜਾਂਦੇ ਹਾਂ, ਸਾਨੂੰ ਆਹ ਮੈਗੀ ਦੇ ਦੇ, ਸਾਨੂੰ ਲਕਸ ਸਾਬਣ ਦੇ ਦੇ, ਸਾਨੂੰ ਆਹ ਵਾਲਾ ਕਰੀਮ ਦੇ ਦੇ। ਅਸੀਂ ਪ੍ਰੋਡਕਟ ਦਾ ਨਾਮ ਲੈ ਕੇ ਖਰੀਦਦੇ ਹਾਂ। ਅਸੀਂ ਕੋਈ ਵੀ ਦੁਕਾਨ ਬਣਾਈਏ, ਕੋਈ ਵੀ ਬਿਜ਼ਨਸ ਚਲਾਈਏ, ਤਾਂ ਸਾਡੀ ਖੁਆਇਸ਼ ਕੀ ਹੁੰਦੀ ਹੈ ਕਿ ਹਰੇਕ ਬੰਦਾ ਸਾਡੀ ਦੁਕਾਨ ਤੋਂ ਸਮਾਨ ਲਵੇ, ਸਾਡਾ ਬਿਜ਼ਨਸ ਵਧੀਆ ਚੱਲੇ। ਅਤੇ ਉਹਦੇ ਲਈ ਕਿਵੇਂ ਪਤਾ ਲੱਗੇਗਾ ਲੋਕਾਂ ਨੂੰ ਕਿ ਅਸੀਂ ਦੁਕਾਨ ਖੋਲ੍ਹੀਏ, ਅਸੀਂ ਬਿਜ਼ਨਸ ਚਲਾਇਆ। ਅਤੇ ਬੇਟਾ ਜੀ ਅਸੀਂ ਮਸ਼ਹੂਰੀਆਂ ਦਾ ਜ਼ਮਾਨਾ ਲਵਾਂਗੇ, ਮਸ਼ਹੂਰੀਆਂ ਦਾ ਜ਼ਮਾਨਾ ਹੈ, ਮਸ਼ਹੂਰੀਆਂ ਦਾ ਸਹਾਰਾ ਲਵਾਂਗੇ। ਅੱਜ ਕੱਲ੍ਹ ਤਾਂ ਅਸੀਂ ਕੋਈ ਵੀ ਵੀਡੀਓ ਚਲਾਈਏ, ਕੋਈ ਵੀ ਚੀਜ਼ ਨੈੱਟ 'ਤੇ ਦੇਖੀਏ, ਸਭ ਤੋਂ ਪਹਿਲਾਂ ਸਾਨੂੰ ਮਸ਼ਹੂਰੀਆਂ ਮੱਥੇ ਲੱਗਦੀਆਂ ਨੇ, ਅਤੇ ਅਸੀਂ ਉਸ ਐਡਵਰਟਾਈਜ਼ਮੈਂਟ ਤੋਂ ਵੇਖ ਕੇ ਉਸ ਪ੍ਰੋਡਕਟ ਨੂੰ ਪਰਚੇਜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਿਆਰਿਓ, ਇਹ ਵਿਦਿਆਰਥੀਓ, ਇਹ ਥੋੜ੍ਹੀ ਜਿਹੀ ਝਲਕ ਸੀ ਏਡਸ ਟੂ ਟਰੇਡ ਦੀ। ਇਹ ਉਹ ਚੀਜ਼ਾਂ ਨੇ ਜਿਹੜੀਆਂ ਵਪਾਰ ਨੂੰ ਚਲਾਉਣ ਵਿੱਚ ਹੈਲਪਫੁਲ ਹੁੰਦੀਆਂ ਨੇ, ਸਹਾਇਕ ਕਿਰਿਆਵਾਂ ਹੁੰਦੀਆਂ ਨੇ। ਇਹ ਸਹਾਇਕ ਨੇ ਵਪਾਰ ਨੂੰ ਚਲਾਉਣ ਵਿੱਚ। ਤਾਂ ਸਾਡੇ ਕੋਲ ਕੋਈ ਪੁੱਛ ਲੇ ਬਈ ਨਾਓ ਯੂ ਆਰ ਦੀ ਸਟੂਡੈਂਟਸ ਆਫ +1 ਕਮਰਸ, ਤੇ ਟੈਲ ਮੀ ਵਟ ਇਜ਼ ਕਮਰਸ, ਤਾਂ ਵੀ ਕੈਨ ਸੇ ਟ੍ਰੇਡ ਪਲੱਸ ਏਡਸ ਟੂ ਟ੍ਰੇਡ ਇਜ਼ ਕਾਲਡ ਕਮਰਸ। ਇੰਨਾ ਹੀ ਯਾਦ ਰੱਖਣਾ। ਤੇ ਉਹ ਫਿਰ ਪੁੱਛਦਾ ਹੈ ਕਿ ਵਟ ਡੂ ਯੂ ਮੀਨ ਬਾਈ ਟ੍ਰੇਡ, ਤਾਂ ਵੀ ਕੈਨ ਸੇ ਬਾਇੰਗ ਐਂਡ ਸੈਲਿੰਗ ਆਫ ਗੁਡਸ ਫਾਰ ਪ੍ਰੋਫਿਟ ਮੋਟਿਵ is called trade। then again ਉਹ ਸਾਨੂੰ ਕੋਲ ਪੁੱਛਦਾ ਹੈ what do you mean by aids to trade, ਤਾਂ ਅਸੀਂ ਕਹਾਂਗੇ ਕਿ ਵਪਾਰ ਨੂੰ ਚਲਾਉਣ ਦੇ ਵਿੱਚ ਟੂ ਰਨ ਦੀ ਬਿਜ਼ਨਸ ਜਿਹੜੀਆਂ ਚੀਜ਼ਾਂ हेल्पफुल ने that is called aids to trade। आगे वो हमारे से पूछ रहा है कि आगे बताइए वो कौन सी चीज़ें हैं, तो हम लोग बताएंगे जैसे ट्रांसपोर्ट, बैंकिंग, वेयर हाउसिंग, इंश्योरेंस, एडवर्टाइजमेंट, these all are ਹੈਲਪਫੁਲ ਟੂ ਰਨ ਦੀ ਟ੍ਰੇਡ। ਤਾਂ ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ ਕੀ ਦੱਸਿਆ? ਸਭ ਤੋਂ ਪਹਿਲਾਂ ਇਹ ਦੱਸਿਆ ਕਿ ਤੁਸੀਂ ਬੜੇ ਭਾਗਿਆਸ਼ਾਲੀ ਹੋ, ਤੁਸੀਂ ਕਮਰਸ ਰੱਖੀਏ। ਤੁਹਾਡੇ ਜਿੰਨੇ ਕਲਾਸਮੇਟ ਨੇ ਉਹਨਾਂ ਨੂੰ ਕਹੋ ਕਿ ਕਮਰਸ ਰੱਖਣ। ਕਮਰਸ ਦਾ ਬਹੁਤ ਫਿਊਚਰ ਹੈ। ਕਮਰਸ ਵਿੱਚ ਜਿਹੜਾ ਬੱਚਾ +2 ਕਰ ਜਾਂਦਾ ਉਹ ਜ਼ਿੰਦਗੀ ਵਿੱਚ ਹਮੇਸ਼ਾ ਕਾਮਯਾਬ ਹੁੰਦਾ ਹੈ। ਉਹ ਕਦੇ ਭੁੱਖਾ ਨਹੀਂ ਮਰਦਾ, ਉਹ ਆਪਦੇ ਪੈਰਾਂ 'ਤੇ ਆਪ ਖੜਾ ਹੋ ਜਾਂਦਾ ਹੈ, ਉਹਨੂੰ ਪੈਸੇ ਕਮਾਣੇ ਆ ਜਾਂਦੇ ਨੇ। ਤੁਸੀਂ +2 ਕਮਰਸ ਕਰਕੇ ਵੇਖਿਓ, ਸੱਚ ਜਾਣਿਓ, ਤੁਹਾਨੂੰ ਪਤਾ ਲੱਗੇਗਾ ਕਿ ਮੈਂ ਕਮਰਸ ਰੱਖੀ ਤਾਂ ਬਹੁਤ ਵਧੀਆ ਕੀਤਾ। ਤੁਸੀਂ ਪੈਸੇ ਕਮਾਉਣ ਦੇ ਕਾਬਲ ਹੋ ਜਾਓਗੇ, ਤੁਸੀਂ ਜ਼ਿੰਦਗੀ ਵਿੱਚ ਕੁਝ ਬਣਨ ਦੇ ਕਾਬਲ ਹੋ ਜਾਓਗੇ। ਫੋਰਨ ਦੇ ਵਿੱਚ ਕਮਰਸ ਦੀ ਬਹੁਤ ਡਿਮਾਂਡ ਹੈ। ਕਮਰਸ ਕਰਕੇ ਅਸੀਂ ਬਣ ਕੀ ਸਕਣੇ ਆ? ਅਸੀਂ BCom ਕਰ ਸਕਨੇ ਆ, MCom ਕਰ ਸਕਦੇ ਹਾਂ, ਅਸੀਂ CA ਬਣ ਸਕਦੇ ਹਾਂ, ਅਸੀਂ CS ਕਰ ਸਕਦੇ ਹਾਂ। ਦੇਰ ਆਰ ਸੋ ਮੈਨੀ ਬ੍ਰਾਂਚਿਸ ਇਨ ਕਮਰਸ। ਆਈ ਵਿਲ ਟੈਲ ਟੁਮਾਰੋ ਕਿ देर आर सो मैनी ब्रांचेज इन कमर्स। CA एक बड़ा वड्डा नाम है। फॉरन दे विच कंपनीज़ दे विच CA की जरूरत है। CS अज कल हरेक कंपनी नूं कंपनी सैकटरी चाहिए। CS कहने कंपनी सैकटरी। अज कोई भी कंपनी खुलती है तो उनदे विच प्यारे विद्यार्थियों CS का होना जरूरी है। तो CS कौन करता है? जिसने कमर्स पढ़ी होवे। बड़े वड्डे पैकेज ने, 10-10, 20-20 ਲੱਖ ਦੇ ਸਾਲ ਦੇ ਪੈਕੇਜ ਨੇ CS ਦੇ, ਕੰਪਨੀ ਸੈਕਟਰੀ ਦੇ। ਅਤੇ ਕੰਪਨੀ ਸੈਕਟਰੀ ਬੜੀ ਆਸਾਨੀ ਨਾਲ ਬਣ ਸਕਦੇ ਹਾਂ ਅਸੀਂ।
+2 ਕਮਰਸ ਕਰਨ ਤੋਂ ਬਾਅਦ ਸਿੱਧਾ ਅਸੀਂ ਕੰਪਨੀ ਸੈਕਟਰੀ ਬੜੀ ਜਲਦੀ ਆਸਾਨੀ ਨਾਲ ਬਣ ਜਾਂਦੇ ਹਾਂ। ਪਿਆਰੇ ਵਿਦਿਆਰਥੀਓ, ਅੱਜ ਤੱਕ ਇੰਨਾ ਹੀ ਸੀਮਤ ਰਹਾਂਗੇ। ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰ ਦਿਓ। ਕੱਲ ਮੈਨੂੰ ਲਿੰਕ ਭੇਜਣ ਦੀ ਵੀ ਲੋੜ ਨਹੀਂ ਪੈਣੀ, ਤੁਹਾਡੇ ਆਪਣੇ ਆਪ ਹੀ ਆ ਜਾਏਗਾ ਕਿ ਕੱਲ ਦੀ ਕਲਾਸ ਦਾ ਇੰਨੇ ਵਜੇ ਦਾ ਟਾਈਮ ਹੈ। ਤੁਸੀਂ ਤੁਹਾਡੇ ਆਦੇ ਸਕੂਲ ਦੇ ਜਿਹੜੇ ਗਰੁੱਪ ਬਣੇ ਹੋਏ ਨੇ, ਤੁਹਾਡੇ ਟੀਚਰ ਸਾਹਿਬਾਨ ਮੇਰੇ ਲੈਕਚਰ ਦਾ ਲਿੰਕ ਸ਼ੇਅਰ ਕਰ ਦੇਣਗੇ। ਜਿਹੜੇ ਬੱਚੇ ਅੱਜ ਨਹੀਂ ਜੁੜੇ, ਤੁਹਾਡੇ ਦੋਸਤ ਮਿੱਤਰ, ਉਹਨਾਂ ਨੂੰ ਦੱਸ ਦਿਓ ਕਿ +1 ਕਮਰਸ ਦੀ ਲਾਈਵ ਕਲਾਸ ਸਮਾਰਟ ਬੋਰਡ 'ਤੇ ਸ਼ੁਰੂ ਹੋ ਚੁੱਕੀ ਹੈ। ਮੈਂ ਬੋਰਡ ਵੀ ਯੂਜ਼ ਕਰ ਰਿਹਾ, ਤੁਹਾਨੂੰ ਦਿਖਾਈ ਵੀ ਦੇ ਰਿਹਾ ਹੈ। ਤਾਂ ਤੁਸੀਂ ਆਪਦਾ ਫਿਊਚਰ ਬਰਾਈਟ ਕਰਨ ਦੇ ਲਈ ਹਰ ਰੋਜ਼ ਜੁੜਨਾ ਹੈ। ਬੇਟਾ ਜੀ, ਇਹ ਬਿਲਕੁਲ ਫ੍ਰੀ ਕਲਾਸ ਹੈ ਆਨਲਾਈਨ। ਬਟ ਤੁਸੀਂ ਇੱਕ ਗੱਲ ਨਹੀਂ ਭੁੱਲਣੀ, ਮੇਰਾ ਚੈਨਲ ਜਲਦੀ ਦੇ ਨਾਲ ਸਬਸਕ੍ਰਾਈਬ ਕਰ ਲਓ। ਇੱਕ ਚੀਜ਼ ਹੋਰ ਭੁੱਲਣੀ ਨਹੀਂ, ਜਿੱਦਾਂ ਮੈਂ ਨਾਮ ਲਿਖ ਰਿਹਾ, ਇੱਕ ਸਾਡੀ ਸਟੇਟ ਲੈਵਲ ਦੀ ਐਜੂਕੇਅਰ ਐਪ ਹੈ। ਐਜੂਕੇਅਰ ਐਪ ਨੂੰ ਜਲਦੀ ਜਲਦੀ ਡਾਊਨਲੋਡ ਕਰ ਲਓ ਜੀ। ਐਜੂਕੇਅਰ ਐਪ ਨੂੰ ਡਾਊਨਲੋਡ ਕਰੋ। ਤੁਸੀਂ ਕੀ ਕਰਨਾ ਹੈ ਕਿ ਤੁਸੀਂ ਪਲੇ ਸਟੋਰ 'ਤੇ ਜਾ ਕੇ ਪਲੇ ਸਟੋਰ 'ਤੇ ਇਸ ਨੂੰ ਡਾਊਨਲੋਡ ਕਰਨਾ ਹੈ। ਇਸ ਤੋਂ ਇਲਾਵਾ ਇੱਕ ਐਪ ਹੋਰ ਹੈ ਜੋ ਕਿ ਮੇਰੇ ਵੱਲੋਂ ਖੁਦ ਬਣਾਈ ਗਈ ਹੈ, ਉਸ ਦਾ ਨਾਮ ਹੈ ਕਮਰਸ ਵਿਜ਼ਨ ਐਪ। ਕਮਰਸ ਵਿਜ਼ਨ ਐਪ ਨੂੰ ਵੀ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਐਜੂਕੇਅਰ ਐਪ 'ਤੇ ਮੇਰਾ ਸਾਰਾ ਮਟੀਰੀਅਲ ਅਤੇ ਵੀਡੀਓ ਪਾਈਆਂ ਹੋਈਆਂ ਹਨ। ਉਸ 'ਤੇ ਤੁਹਾਨੂੰ ਰੈਡੀਮੇਡ ਸਟੱਡੀ ਮਟੀਰੀਅਲ ਵੀ ਮਿਲੇਗਾ। ਉਸ ਸਟੱਡੀ ਮਟੀਰੀਅਲ ਨੂੰ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਕਮਰਸ ਵਿਜ਼ਨ ਐਪ 'ਤੇ ਵੀ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ, ਤੁਸੀਂ ਅੱਗੇ ਸ਼ੇਅਰ ਕਰ ਲੈਣਾ। ਜਿਵੇਂ ਤੁਹਾਡੇ ਗਰੁੱਪ ਬਣਨਗੇ, ਕਮਰਸ ਵਿਜ਼ਨ ਐਪ ਨੂੰ ਵੀ ਤੁਸੀਂ ਡਾਊਨਲੋਡ ਕਰ ਲਓ, ਐਜੂਕੇਅਰ ਐਪ ਨੂੰ ਵੀ ਡਾਊਨਲੋਡ ਕਰ ਲਓ ਜਲਦੀ ਜਲਦੀ। ਥੋੜ੍ਹੇ ਦਿਨਾਂ ਤੱਕ ਤੁਹਾਡੇ ਡੀਡੀ ਪੰਜਾਬੀ ਚੈਨਲ 'ਤੇ ਲੈਕਚਰ ਵੀ ਆ ਰਹੇ ਹਨ ਲਾਈਵ। ਦੂਰਦਰਸ਼ਨ 'ਤੇ ਵੀ ਤੁਹਾਨੂੰ ਇਹ ਲਾਈਵ ਲੈਕਚਰ ਮਿਲਣਗੇ, ਤੁਹਾਨੂੰ ਮੈਂ ਲੈਕਚਰ ਦਿੰਦਾ ਦਿਖਾਈ ਦੇਵਾਂਗਾ। ਤਾਂ ਪਿਆਰੇ ਵਿਦਿਆਰਥੀਓ, ਜਲਦੀ ਜਲਦੀ ਆਪਦਾ ਫਿਊਚਰ ਬਰਾਈਟ ਬਣਾਉਣ ਲਈ ਹੁਣੇ ਹੀ, ਜਿਵੇਂ ਮੇਰਾ ਲੈਕਚਰ ਖਤਮ ਹੋਏਗਾ, ਐਜੂਕੇਅਰ ਐਪ ਅਤੇ ਕਮਰਸ ਵਿਜ਼ਨ ਐਪ ਨੂੰ ਡਾਊਨਲੋਡ ਕਰ ਲਓ ਜਲਦੀ ਜਲਦੀ। ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਤਾਂ ਬੇਟਾ ਜੀ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਮਿਲਦੇ ਰਹਿਣ। ਤੁਹਾਨੂੰ ਮੇਰਾ ਲੈਕਚਰ ਕਿਹੋ ਮਿਲਿਆ, ਕਿਵੇਂ ਦਾ ਲੱਗਿਆ, ਜਲਦੀ ਜਲਦੀ ਥੰਬ ਨੂੰ ਲਾਈਕ ਕਰ ਦਿਓ। ਸਾਰੇ ਬੱਚੇ ਹੁਣੇ ਜਲਦੀ ਲਾਈਕ ਕਰੋ, ਪਲੀਜ਼ ਲਾਈਕ ਕਰਨਾ ਜ਼ਰੂਰੀ ਹੈ। ਲਾਈਕ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਲੈਕਚਰ ਮਿਲਦੇ ਰਹਿਣ। ਪਿਆਰੇ ਵਿਦਿਆਰਥੀਓ, ਅੱਜ ਦਾ ਲੈਕਚਰ ਕਿਵੇਂ ਲੱਗਿਆ? ਪਹਿਲਾ ਦਿਨ ਸੀ, ਤੁਹਾਨੂੰ ਮੈਂ ਥੋੜ੍ਹਾ ਥੋੜ੍ਹਾ ਦੱਸਿਆ ਹੈ। ਇੱਕ ਵਾਰ ਫਿਰ ਜਿਨ੍ਹਾਂ ਨੇ ਕਮਰਸ ਰੱਖੀ ਵਧਾਈ ਦੇ ਪਾਤਰ ਹਨ। ਕਮਰਸ ਬਹੁਤ ਹੀ ਆਸਾਨ ਸਬਜੈਕਟ ਹੈ, ਵਧੀਆ ਸਟਰੀਮ ਹੈ, ਤੁਸੀਂ ਇਸ ਨੂੰ ਪੜ੍ਹੋਗੇ। ਜਿਨ੍ਹਾਂ ਨੇ ਮੇਰਾ ਲੈਕਚਰ ਅਟੈਂਡ ਕੀਤਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੁਹਾਡਾ ਧੰਨਵਾਦ। ਗੋਡ ਬਲੈਸ ਯੂ। ਕੱਲ ਫਿਰ ਮਿਲਾਂਗੇ, ਤਦ ਤੱਕ ਸਾਰਿਆਂ ਦੇ ਵੱਲੋਂ ਜੈ ਹਿੰਦ।